हेलो स्टूडेंट्स, 5th ਸਮੈਸਟਰ ਦੀ ਹਿਸਟਰੀ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਸਾਡਾ ਕੁਐਸਚਨ ਚੱਲ ਰਿਹਾ ਸੀ ਇੰਗਲੈਂਡ ਦੀ ਰਕਤਹੀਨ ਜਾਂ ਗੌਰਵਮਈ ਜਾਂ ਸ਼ਾਨਦਾਰ ਕ੍ਰਾਂਤੀ ਦੇ ਕਾਰਨ ਅਤੇ ਪਰਿਣਾਮਾਂ ਦੀ ਚਰਚਾ ਕਰੋ। ਪਿਛਲੀਆਂ ਕਲਾਸਾਂ ਵਿੱਚ ਅਸੀਂ ਕਾਰਨਾਂ ਦੀ ਚਰਚਾ ਕਰਦੇ ਹੋਏ ਪਰਿਣਾਮ ਸ਼ੁਰੂ ਕੀਤੇ ਸਨ। ਇਸ ਕ੍ਰਾਂਤੀ ਦੇ ਪਰਿਣਾਮਾਂ ਨੂੰ ਅੱਗੇ ਜਾਰੀ ਰੱਖਦੇ ਹੋਏ ਅੱਜ ਪੂਰਾ ਕਰ ਦਿਆਂਗੇ ਅਤੇ ਇਸ ਦੇ ਨਾਲ ਹੀ ਸਾਡੀ ਫਸਟ ਯੂਨਿਟ ਵੀ ਜਿਹੜੀ ਹੈ ਉਹ ਪੂਰੀ ਹੋ ਜਾਊਗੀ। ਪਰਿਣਾਮਾਂ ਵਿੱਚ ਅੱਜ ਦੀ ਕਲਾਸ ਦਾ ਪਹਿਲਾ ਪਰਿਣਾਮ ਹੈ ਨਿਆਂਪਾਲਿਕਾ ਦੀ ਸੁਤੰਤਰਤਾ ਦੀ ਸਥਾਪਨਾ। ਜੇਮਸ ਦੂਜੇ ਨੇ ਆਪਣੇ ਰਾਜਕਾਲ ਵਿੱਚ ਨਿਆਂਪਾਲਿਕਾ ਦੇ ਕੰਮਾਂ ਵਿੱਚ ਬਹੁਤ ਦਖਲ ਅੰਦਾਜ਼ੀ ਕੀਤੀ ਸੀ। ਉਸ ਸਮੇਂ ਜੱਜ ਸਮਰਾਟ ਦੇ ਹਰ ਠੀਕ ਜਾਂ ਅਨੁਚਿਤ ਆਦੇਸ਼ਾਂ ਦੀ ਪਾਲਣਾ ਕਰਦੇ ਸਨ, ਕਿਉਂਕਿ ਉਹਨਾਂ ਦੀ ਨਿਯੁਕਤੀ ਸਮਰਾਟ ਨੇ ਕੀਤੀ ਹੁੰਦੀ ਸੀ ਅਤੇ ਉਹ ਜੱਜਾਂ ਨੂੰ ਅਹੁਦੇ ਤੋਂ ਹਟਾ ਵੀ ਸਕਦਾ ਸੀ। ਇਸ ਲਈ ਜੇਮਸ ਦੂਜੇ ਨੇ ਲੋਕਾਂ ਨੂੰ ਅਦਾਲਤਾਂ ਰਾਹੀਂ ਬਹੁਤ ਦੁੱਖ ਦਿੱਤੇ ਸਨ, ਪਰੰਤੂ 1688 ਈਸਵੀ ਦੀ ਗੌਰਵਮਈ ਕ੍ਰਾਂਤੀ ਨੇ ਅਦਾਲਤਾਂ ਨੂੰ ਸਮਰਾਟ ਦੇ ਪ੍ਰਭਾਵ ਤੋਂ ਸੁਤੰਤਰ ਕਰ ਦਿੱਤਾ। ਹੁਣ ਜੱਜ ਸਮਰਾਟ ਦੇ ਅਧੀਨ ਨਹੀਂ ਰਹੇ। ਉਸ ਨੂੰ ਸਮਰਾਟ ਆਪਣੀ ਮਰਜ਼ੀ ਨਾਲ ਅਹੁਦੇ ਤੋਂ ਹਟਾ ਨਹੀਂ ਸਕਦਾ ਸੀ। ਜੱਜਾਂ ਦੇ ਅਧਿਕਾਰ ਅਤੇ ਆਮਦਨ ਵੀ ਨਿਸ਼ਚਿਤ ਕਰ ਦਿੱਤੇ ਗਏ। ਉਹ ਹੁਣ ਜਨਤਾ ਨੂੰ ਸਹੀ ਨਿਆਂ ਦੇਣ ਦੇ ਯੋਗ ਹੋ ਗਏ ਸਨ, ਕਿਉਂਕਿ ਰਾਜੇ ਦਾ ਉਹਨਾਂ ਨੂੰ ਕੋਈ ਵੀ ਡਰ ਨਹੀਂ ਰਿਹਾ ਸੀ। ਇਸ ਕ੍ਰਾਂਤੀ ਦਾ ਅਗਲਾ ਪਰਿਣਾਮ ਹੈ ਪ੍ਰੈਸ ਨੂੰ ਸੁਤੰਤਰਤਾ ਮਿਲੀ। ਗੌਰਵਮਈ ਕ੍ਰਾਂਤੀ ਤੋਂ ਪਹਿਲਾਂ ਪ੍ਰੈਸ ਉੱਤੇ ਬਹੁਤ ਸਾਰੀਆਂ ਰੋਕਾਂ ਲਾਈਆਂ ਹੋਈਆਂ ਸਨ। ਇਹ ਰੋਕਾਂ ਲਾਇਸੈਂਸ ਐਕਟ ਦੁਆਰਾ ਲਗਾਈਆਂ ਗਈਆਂ ਸਨ। ਇਸ ਐਕਟ ਨੂੰ 1695 ਈਸਵੀ ਨੂੰ ਸੰਸਦ ਨੇ ਰੱਦ ਕਰਕੇ ਪ੍ਰੈਸ ਨੂੰ ਸੁਤੰਤਰਤਾ ਪ੍ਰਦਾਨ ਕਰ ਦਿੱਤੀ। ਪ੍ਰੈਸ ਉੱਤੇ ਕੋਈ ਰੋਕ ਹੁਣ ਨਾ ਰਹੀ। ਇਸ ਤੋਂ ਬਾਅਦ ਪ੍ਰੈਸ ਇੱਕ ਰਾਜਨੀਤਿਕ ਸ਼ਕਤੀ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਰਕਤਹੀਨ ਕ੍ਰਾਂਤੀ ਦਾ ਅਗਲਾ ਪਰਿਣਾਮ ਹੈ ਇੰਗਲੈਂਡ ਦੀ ਵਿਦੇਸ਼ ਨੀਤੀ ਵਿੱਚ ਬਦਲਾਅ। 1688 ਈਸਵੀ ਤੋਂ ਪਹਿਲਾਂ ਇੰਗਲੈਂਡ ਜੇਮਸ ਦੂਜੇ ਦੇ ਅਧੀਨ ਫਰਾਂਸ ਦੇ ਪ੍ਰਭਾਵ ਹੇਠ ਦੱਬਿਆ ਹੋਇਆ ਸੀ। ਜਿਸ ਤਰ੍ਹਾਂ ਲੂਈ 14ਵਾਂ ਕਹਿੰਦਾ ਸੀ, ਜੇਮਸ ਦੂਜਾ ਉਸੇ ਤਰ੍ਹਾਂ ਹੀ ਕਰਦਾ ਸੀ। ਉਸ ਸਮੇਂ ਇੰਗਲੈਂਡ ਦੀ ਵਿਦੇਸ਼ ਨੀਤੀ ਪੂਰੀ ਤਰ੍ਹਾਂ ਫਰਾਂਸ ਦੇ ਅਧੀਨ ਸੀ, ਪਰੰਤੂ 1688 ਈਸਵੀ ਦੀ ਗੌਰਵਮਈ ਕ੍ਰਾਂਤੀ ਦੇ ਕਾਰਨ ਇੰਗਲੈਂਡ ਦੀ ਵਿਦੇਸ਼ ਨੀਤੀ ਵਿੱਚ ਅੰਤਰ ਆ ਗਿਆ। ਉਸ ਨੇ ਸੁਤੰਤਰ ਤੇ ਕਠੋਰ ਵਿਦੇਸ਼ ਨੀਤੀ ਅਪਣਾ ਲਈ, ਜਿਸ ਕਾਰਨ ਫਰਾਂਸ ਦੀਆਂ ਸਾਮਰਾਜਵਾਦੀ ਇੱਛਾਵਾਂ ਅਧੂਰੀਆਂ ਰਹਿ ਗਈਆਂ। ਜੇ ਇਹ ਕ੍ਰਾਂਤੀ ਨਾ ਹੁੰਦੀ ਅਤੇ ਫਰਾਂਸ ਦੇ ਦੁਸ਼ਮਣ ਹਾਲੈਂਡ ਦੇ ਸ਼ਾਸਕ ਵਿਲੀਅਮ ਆਫ ਔਰੰਜ ਨੂੰ ਇੰਗਲੈਂਡ ਦਾ ਸ਼ਾਸਕ ਨਾ ਬਣਾਇਆ ਜਾਂਦਾ ਤਾਂ ਇੰਗਲੈਂਡ ਦੀ ਵਿਦੇਸ਼ ਨੀਤੀ ਫਰਾਂਸ ਦੇ ਅਧੀਨ ਹੀ ਰਹਿਣੀ ਸੀ। ਅਗਲਾ ਪਰਿਣਾਮ ਹੈ ਜਨਤਾ ਦੀ ਸੁਤੰਤਰਤਾ ਦੀ ਸੁਰੱਖਿਆ ਹੋ ਗਈ। ਮੈਰੀ ਅਤੇ ਵਿਲੀਅਮ ਆਫ ਔਰੰਜ ਨੂੰ ਇੰਗਲੈਂਡ ਦੀ ਰਾਜਗੱਦੀ ਅਧਿਕਾਰ ਘੋਸ਼ਣਾ ਦੀਆਂ ਸ਼ਰਤਾਂ 'ਤੇ ਮਿਲੀ ਸੀ। ਇਸ ਲਈ ਰਾਜੇ ਕੋਲ ਸੰਸਦ ਦੀ ਆਗਿਆ ਬਿਨਾਂ ਕੋਈ ਕਰ ਲਗਾਉਣ ਦੀ ਸ਼ਕਤੀ ਨਹੀਂ ਸੀ। ਉਹ ਨਾ ਸਥਾਈ ਸੈਨਾ ਰੱਖ ਸਕਦਾ ਸੀ, ਨਾ ਹੀ ਉਹ ਆਪਣੀ ਇੱਛਾ ਦਾ ਕੋਈ ਕਾਨੂੰਨ
ਪ੍ਰਚਲਿਤ ਕਰ ਸਕਦਾ ਸੀ ਤੇ ਨਾ ਹੀ ਪਹਿਲੇ ਦੇ ਕਿਸੇ ਕਾਨੂੰਨ ਨੂੰ ਤੋੜ ਸਕਦਾ ਸੀ। ਸੰਸਦ ਦੇ ਮੈਂਬਰਾਂ ਨੂੰ ਹਰ ਵਿਸ਼ੇ ਤੇ ਬਹਿਸ ਕਰਨ ਦੀ ਆਗਿਆ ਸੀ। ਜਨਤਾ ਨੂੰ ਆਪਣੇ ਤੇ ਲਗਾਏ ਦੋਸ਼ਾਂ ਨੂੰ ਅਨੁਚਿਤ ਸਿੱਧ ਕਰਨ ਦਾ ਅਧਿਕਾਰ ਮਿਲ ਗਿਆ। ਇਸ ਤਰ੍ਹਾਂ ਜਨਤਾ ਦੀ ਸੁਤੰਤਰਤਾ ਦੀ ਰੱਖਿਆ ਵੀ ਇਸ ਕ੍ਰਾਂਤੀ ਦੇ ਸਿੱਟੇ ਵਜੋਂ ਹੋ ਗਈ। ਇਸ ਕ੍ਰਾਂਤੀ ਦਾ ਅਖੀਰਲਾ परिणाम है कैबिनेट सिस्टम की शुरुआत। विलियम ऑफ ऑरेंज ने स्वाभाविक ही अपने मंत्री उस दल विचों चुन लए जिस दा संसद विच बहुमत सी। इस नाल कैबिनेट सिस्टम की शुरुआत हो गई। इस तो बाद इंग्लैंड विच ये विधानिक सिद्धांत बन गया कि राजा अगे तो अपने मंत्री उस दल दे ही बनाऊगा जिस नूं संसद विच बहुमत प्राप्त होवेगा। इस तरह स्टूडेंट्स जिन्ने भी परिणामों की असी चर्चा की वो सारे परिणाम ये दसते हैं कि ये क्रांति इंग्लैंड के इतिहास विच ही नहीं सगों यूरोप के इतिहास की भी एक बहुत ही महत्वपूर्ण घटना सी। इस क्रांति तो बाद इंग्लैंड का इतिहास एक अलग रूप नाल ही साडे सामने पेश होया। आज की क्लास विच इन्ना ही। आज साडा एक क्वेश्चन पूरा हो गया है। इस क्वेश्चन नूं मैं 5 क्लासां विच पूरा करवाया है ताकि तुहानूं एक एक गल जिहड़ी है वो चंगी तरह समझ आ सके। इस क्वेश्चन के नाल ही साडी फर्स्ट यूनिट भी जिहड़ी है वो पूरी हो गई है। अगली क्लास तो मैं सैकेंड यूनिट शुरू करांगा। इस यूनिट विचों असी कई प्रश्न जिहड़े हन वो शुरुआती दिनां विच जिहड़े कीते सन उन्हां नूं भी तुसी MS मान की किताब विचों ही नोट्स बना सकदियां हो ताकि तुहानूं इक्को जगह ते ही सारे प्रश्नों के उत्तर मिल जाण। 6-7 क्वेश्चन असी इस यूनिट विचों कीते हैं जिहदे विचों 2 ही तुहानूं पूछे जाणगे क्योंकि सिलेबस चेंज होने करके तुहानूं पिछले पेपर के क्वेश्चनों का पता नहीं चल सकता। इसलिए मेरी तरफों 1688 ईस्वी की गौरवमयी क्रांति ही मोस्ट इंपोर्टेंट क्वेश्चन है। इस दे नाल दूजे प्रश्न नूं भी समय आने ते तुहानूं दस्सिया जाऊगा। तुसीं अपने नोट्स बनाते रहो ताकि तुहानूं तैयारी के समय किसी तरह की परेशानी ना होवे। अगली क्लास विच यूनिट सैकेंड दे नाल फिर मिलते हैं। उदों तक दे लई बहुत बहुत धन्यवाद।